ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਪੰਜਾਬੀ ਗੱਲਬਾਤ ਵਿੱਚ। ਅੱਜ ਆਪਾਂ ਇੱਕ ਕ੍ਰਾਈਮ ਸਟੋਰੀ ਦਾ ਕਿਲਰ ਪਾਰਟੀ ਟਾਇਲਰ ਹੈਡਲੀਸ ਹਾਊਸ ਯਾਨੀ ਕਿ ਇੱਕ ਖੂਨੀ ਪਾਰਟੀ ਟਾਇਲਰ ਹੈਡਲੀ ਦੇ ਘਰ ਵਿੱਚ ਬਾਰੇ ਗੱਲ ਕਰਾਂਗੇ। ਇਸ ਕਹਾਣੀ ਨੂੰ ਜਦੋਂ ਮੈਂ ਸੁਣਿਆ ਪੜ੍ਹਿਆ ਤਾਂ ਮੇਰੇ ਜ਼ਿਹਨ ਵਿੱਚ ਇੱਕ ਗੱਲ ਚੇਤੇ ਆਈ ਕਿ ਮਾਪੇ ਕਦੇ ਵੀ ਕਮਾਪੇ ਨਹੀਂ ਹੁੰਦੇ, ਪੁੱਤ ਕਪੁੱਤ ਹੋ ਜਾਂਦੇ ਨੇ। ਇਹ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੈ। ਗੱਲ 16 ਜੁਲਾਈ 2011 ਦੀ ਹੈ। 60 ਤੋਂ ਵੱਧ ਲੋਕ 17 ਸਾਲ ਦੇ ਟਾਇਲਰ ਹੈਡਲੀ ਦੇ ਘਰ ਵਿੱਚ ਆਉਂਦੇ ਹਨ ਅਤੇ ਘੰਟਿਆਂ ਬੱਧੀ ਇੱਕ ਲੰਬੀ ਪਾਰਟੀ ਵਿੱਚ ਭਾਗ ਲੈਂਦੇ ਹਨ, ਇਸ ਗੱਲ ਤੋਂ ਅਣਜਾਣ ਕਿ ਉਸਦੇ ਮਾਪਿਆਂ ਦੀਆਂ ਲਾਸ਼ਾਂ ਉਹਨਾਂ ਦੇ ਬੈੱਡਰੂਮ 'ਚ ਪਈਆਂ ਹਨ। ਅਸਲ 'ਚ ਦੁਪਹਿਰ 1:15 ਤੇ 16 ਜੁਲਾਈ 2011 ਨੂੰ ਪੋਰਟ ਸੇਂਟ ਲੂਇਸ ਫਲੋਰੀਡਾ USA ਦਾ ਰਹਿਣ ਵਾਲਾ 17 ਸਾਲ ਦਾ ਟਾਇਲਰ ਹੈਡਲੀ ਫੇਸਬੁੱਕ ਤੇ ਇੱਕ ਸਟੇਟਸ ਪੋਸਟ ਕਰਦਾ ਹੈ, ਪਾਰਟੀ ਐਟ ਮਾਈ ਕ੍ਰਾਈਬ ਟੂ ਨਾਈਟ ਮੇ ਬੀ, ਮਤਲਬ ਕਿ ਅੱਜ ਰਾਤ ਨੂੰ ਮੇਰੇ ਘਰ ਵਿੱਚ ਪਾਰਟੀ ਹੋ ਸਕਦੀ ਹੈ। ਸ਼ਾਇਦ ਲਿਖਣ ਦਾ ਕਾਰਨ ਇਹ ਸੀ ਕਿਉਂਕਿ ਇੱਕ ਸਮੱਸਿਆ ਸੀ, ਹੈਡਲੀ ਦੇ ਮਾਤਾ ਪਿਤਾ ਘਰ ਵਿੱਚ ਸਨ ਅਤੇ ਉਹ ਹਾਲ ਵਿੱਚ ਹੀ ਹੈਡਲੀ ਨੂੰ ਸ਼ਰਾਬ ਪੀਣ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਤੋਂ ਰੋਕਦੇ ਸਨ ਕਿਉਂਕਿ ਉਹਨਾਂ ਦਾ ਪੁੱਤਰ ਜਵਾਨੀ ਦੀ ਉਮਰ ਵਿੱਚ ਇਹ ਗਲਤ ਸੰਗਤ ਵਿੱਚ ਪੈ ਗਿਆ ਸੀ ਤੇ ਉਹ ਆਪਣੇ ਜਵਾਨ ਪੁੱਤਰ ਨੂੰ ਇਸੇ ਲਈ ਇਹ ਪਾਰਟੀ ਨਹੀਂ ਦੇਣ ਦੇ ਰਹੇ ਸਨ। ਉਸਦੇ ਕੁਝ ਦੋਸਤ ਵੀ ਇਹ ਜਾਣਦੇ ਸਨ ਕਿ ਇਹ ਇੱਕ ਅਵਿਸ਼ਵਾਸਯੋਗ ਗੱਲ ਹੈ ਕਿ ਉਹ ਆਪਣੇ ਘਰ ਵਿੱਚ ਪਾਰਟੀ ਕਰ ਰਿਹਾ। ਜਦੋਂ ਕਿ ਉਸਦੇ ਇੱਕ ਦੋਸਤ ਨੇ ਉਸਦੇ ਇਸ ਸਟੇਟਸ ਦੇ ਥੱਲੇ ਕਮੈਂਟ ਕਰਕੇ ਪੁੱਛਿਆ ਕਿ ਸੱਚਮੁੱਚ ਹੋ ਰਿਹਾ ਹੈ ਤਾਂ ਹੈਡਲੀ ਨੇ ਜਵਾਬ ਵਿੱਚ ਲਿਖਿਆ, DK ਮੈਨ I am working on it, ਮਤਲਬ ਕਿ ਮੈਂ ਇਸ ਦੇ ਉੱਤੇ ਵਰਕ ਕਰ ਰਿਹਾ। ਪਰ ਰਾਤ ਨੂੰ 8:15 ਤੱਕ ਪਾਰਟੀ ਚੱਲ ਰਹੀ ਸੀ ਤੇ ਟਾਇਲਰ ਨੇ ਇਸ ਦੀ ਪੁਸ਼ਟੀ ਕਰਨ ਲਈ ਆਪਣੀ ਫੇਸਬੁੱਕ ਪੋਸਟ ਤੇ ਦੁਬਾਰਾ ਇੱਕ ਲਾਈਨ ਅਪਲੋਡ ਕੀਤੀ, ਪਾਰਟੀ ਐਟ ਮਾਈ ਹਾਊਸ, ਯਾਨੀ ਕਿ ਮੇਰੇ ਘਰ ਤੇ ਪਾਰਟੀ ਕਰੋ। ਜਦੋਂ ਉਸਦੇ ਇੱਕ ਦੋਸਤ ਨੇ ਪੁੱਛਿਆ ਕਿ ਤੁਹਾਡੇ ਮਾਪੇ ਘਰ ਆ ਜਾਣਗੇ ਤਾਂ ਕੀ ਹੋਵੇਗਾ, ਤਾਂ ਹੈਡਲੀ ਨੇ ਜਵਾਬ ਦਿੱਤਾ, ਉਹ ਨਹੀਂ ਆਉਣਗੇ, ਮੇਰੇ ਤੇ ਵਿਸ਼ਵਾਸ ਕਰੋ। ਕਿਉਂਕਿ ਹੈਡਲੀ ਨੇ ਇਹ ਗੱਲ ਇਸ ਲਈ ਕਹੀ ਸੀ, ਉਹਨੇ ਆਪਣੇ ਦੋਨੇ ਮਾਤਾ ਪਿਤਾ ਦਾ ਕਤਲ ਕਰ ਦਿੱਤਾ ਸੀ। ਜਦੋਂ ਉਸਨੇ ਇਹ ਫੇਸਬੁੱਕ ਤੇ ਪੋਸਟ ਪਾਈ ਤਾਂ ਉਸਦੇ ਮਾਤਾ ਪਿਤਾ ਦਾ ਸਰੀਰ ਬਿਲਕੁਲ ਠੰਡਾ ਹੋ ਚੁੱਕਿਆ ਸੀ ਤੇ ਉਸ ਅਪਰਾਧ ਵਾਲੀ ਜਗ੍ਹਾ ਦੇ ਉੱਤੇ ਪਾਰਟੀ ਚੱਲ ਰਹੀ ਸੀ। ਬਲੈਕ ਹੈਡਲੀ ਉਸਦੇ ਪਿਤਾ ਤੇ ਮੈਰੀ ਜੋ ਹੈਡਲੀ ਉਸਦੀ ਮਾਤਾ, ਜਿਸ ਦਾ ਉਸਨੇ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ 60 ਲੋਕਾਂ ਨੂੰ ਪਾਰਟੀ ਲਈ ਆਪਣੇ ਘਰੇ ਬੁਲਾਇਆ। ਬਟ ਉਹਨਾਂ 60 ਲੋਕਾਂ ਦੇ ਘਰੇ ਆਉਣ ਤੋਂ ਪਹਿਲਾਂ ਟਾਇਲਰ ਹੈਡਲੀ ਨੇ ਸ਼ਾਂਤੀ ਨਾਲ ਆਪਣੇ ਦੋਵੇਂ ਮਾਤਾ ਪਿਤਾ ਨੂੰ ਮਾਰ ਦਿੱਤਾ ਸੀ। ਅਸਲ ਵਿੱਚ ਬਲੈਕ ਅਤੇ ਮੈਰੀ ਜੋ ਹੈਡਲੀ ਸਾਲਾਂ ਤੋਂ ਆਪਣੇ ਪੁੱਤਰ ਬਾਰੇ ਚਿੰਤਤ ਸਨ। ਉਹ ਬਹੁਤ ਮਨੋਵਿਗਿਆਨੀਆਂ ਕੋਲ ਵੀ ਲੈ ਕੇ ਗਏ ਕਿ ਉਹ ਨਸ਼ੀਲੇ ਪਦਾਰਥਾਂ ਦਾ ਸੇਵਨ ਛੱਡ ਦੇਵੇ। ਉਹਨੂੰ ਕਈ ਤਰ੍ਹਾਂ ਦੇ ਜੋ ਟ੍ਰੀਟਮੈਂਟ ਪ੍ਰੋਗਰਾਮ ਚੱਲਦੇ ਨੇ ਜਿਨ੍ਹਾਂ 'ਚ ਲੋਕਾਂ ਨੂੰ ਥੋੜ੍ਹਾ ਉਤਸ਼ਾਹਿਤ ਕੀਤਾ ਜਾਂਦਾ, ਇਹਨਾਂ ਨਸ਼ਿਆਂ ਤੋਂ ਦੂਰ ਕਰਨ ਬਾਰੇ ਕੁਝ ਗੱਲਾਂ ਸਿਖਾਈਆਂ ਜਾਂਦੀਆਂ ਨੇ, ਉਹਨਾਂ ਵਿੱਚ ਵੀ ਲੈ ਕੇ ਗਏ, ਪਰ ਕਿਸੇ ਵੀ ਚੀਜ਼ ਨੇ ਕੋਈ ਵੀ ਕੰਮ ਨਹੀਂ ਕੀਤਾ। ਇਸ ਲਈ ਜਦੋਂ ਟਾਇਲਰ ਇੱਕ ਰਾਤ ਸ਼ਰਾਬ ਪੀ ਕੇ ਘਰ ਚਲਾ ਗਿਆ ਤਾਂ ਉਸਦੀ ਮਾਤਾ ਮੈਰੀ ਜੋ ਨੇ ਸਜ਼ਾ ਵਜੋਂ ਉਸਦੀ ਕਾਰ ਅਤੇ ਫੋਨ ਖੋਹ ਲਿਆ ਤੇ ਟਾਇਲਰ ਇਸ ਗੱਲ ਉੱਤੇ ਭੜਕ ਉੱਠਿਆ। ਉਸਨੇ ਆਪਣੇ ਸਭ ਤੋਂ ਚੰਗੇ ਦੋਸਤ ਮਾਈਕਲ ਮੈਂਡਲੇ ਨੂੰ ਦੱਸਿਆ ਕਿ ਉਹ ਆਪਣੀ ਮਾਂ ਨੂੰ ਮਾਰਨਾ ਚਾਹੁੰਦਾ, ਪਰ ਮੈਂਡਲੇ ਨੇ ਉਸਦੇ ਬਿਆਨਾਂ ਨੂੰ ਕੁਝ ਜ਼ਿਆਦਾ ਸੀਰੀਅਸ ਨਹੀਂ ਲਿਆ। ਉਸਨੇ ਸੋਚਿਆ ਕਿ ਸ਼ਾਇਦ ਉਸਦਾ ਦੋਸਤ ਗੁੱਸੇ ਵਿੱਚ ਵੈਸੇ ਹੀ ਬੋਲ ਰਿਹਾ ਹੈ, ਪਰ ਉਸਨੂੰ ਨਹੀਂ ਪਤਾ ਸੀ ਕਿ ਟਾਇਲਰ ਸੱਚਮੁੱਚ ਕੁਛ ਇਸ ਤਰ੍ਹਾਂ ਦਾ ਹੀ ਕਰ ਲਏਗਾ। ਇਸੇ ਲਈ 16 ਜੁਲਾਈ ਨੂੰ 1:15 ਤੇ ਜਿਹੜੀ ਉਹਨੇ ਪੋਸਟ ਕੀਤੀ ਸੀ, ਉਸ ਤੋਂ ਬਾਅਦ ਉਹ ਇਹ ਚਿੰਤਾ ਵਿੱਚ ਸੀ ਕਿ ਉਹ ਪਾਰਟੀ ਕਿਵੇਂ ਕਰੇਗਾ। ਇਸ ਲਈ ਉਸਨੇ ਇੱਕ ਪਲਾਨ ਬਣਾਇਆ ਸੀ ਕਿ ਉਹ ਅੱਜ ਆਪਣੇ ਮਾਂ-ਬਾਪ ਦੋਨਾਂ ਨੂੰ ਮਾਰ ਦੇਗਾ। ਇਸ ਲਈ ਉਸਨੇ ਕੀ ਕੀਤਾ, 16 ਜੁਲਾਈ ਨੂੰ ਆਪਣੇ ਪਹਿਲਾਂ ਤਾਂ ਮਾਤਾ ਪਿਤਾ ਦਾ ਦੋਨਾਂ ਦਾ ਫੋਨ ਚੱਕ ਕੇ ਸਾਈਡ ਤੇ ਰੱਖ ਦਿੱਤਾ ਤਾਂ ਕਿ ਉਹ ਮਦਦ ਲਈ ਕਿਸੇ ਨੂੰ ਬੁਲਾ ਨਾ ਸਕਣ। ਤੇ ਫਿਰ ਉਹ ਥੋੜਾ ਚਿੰਤਾ ਵਿੱਚ ਸੀ ਕਿ ਉਹ ਆਪਣੇ ਪਲਾਨ ਨੂੰ ਸਹੀ ਤਰੀਕੇ ਨਾਲ ਢੰਗ ਨਾਲ ਪੂਰਾ ਕਰ ਸਕੇ। ਉਹ ਉੱਠ ਕੇ ਗੈਰੇਜ ਵਿੱਚ ਜਾਂਦਾ ਤੇ ਉੱਥੋਂ ਇੱਕ ਹਥੌੜਾ ਚੱਕਦਾ। ਉਸਨੂੰ ਹਥੌੜੇ ਨੂੰ ਚੱਕ ਕੇ ਉਹ ਘਰ ਦੇ ਅੰਦਰ ਐਂਟਰ ਕਰਦਾ ਤੇ ਉਸਦੀ ਮਾਤਾ ਮੈਰੀ ਜੋ ਕੰਪਿਊਟਰ ਤੇ ਕੰਮ ਕਰ ਰਹੀ ਸੀ ਤੇ ਟਾਇਲਰ ਉਸਦੇ ਪਿੱਛੇ ਜਾ ਕੇ 5 ਮਿੰਟ ਲਈ ਖੜਾ ਰਹਿੰਦਾ ਤੇ ਸੋਚਦਾ ਕਿ ਮਾਰਾਂ ਨਾ ਮਾਰਾਂ, ਬਟ ਉਹਨੂੰ ਮਾਰਨ ਦਾ ਇੱਕ ਭੂਤ ਸਵਾਰ ਹੋਇਆ ਸੀ ਕਿ ਅੱਜ ਮੈਂ ਆਪਣੇ ਮਾਤਾ ਪਿਤਾ ਨੂੰ ਮਾਰਨ ਤੋਂ ਬਾਅਦ ਪਾਰਟੀ ਕਰਨੀ ਹੀ ਕਰਨੀ ਹੈ। ਇਸ ਲਈ ਉਹ ਉਸ ਹਥੌੜੇ ਨੂੰ ਆਪਣੀ ਮਾਤਾ ਦੇ ਸਿਰ ਦੇ ਉੱਤੇ ਬੜੀ ਜ਼ੋਰ ਨਾਲ ਮਾਰਦਾ, ਜਿਸ ਨਾਲ ਉਸਦੀ ਮਾਤਾ ਚੀਕ ਉੱਠਦੀ ਹੈ ਤੇ ਉਸਦੀ ਮਾਤਾ ਦੀਆਂ ਚੀਕਾਂ ਸੁਣ ਕੇ ਉਸਦੇ ਪਿਤਾ ਬਲੈਕ ਵੀ ਕਮਰੇ ਵਿੱਚ ਆ ਜਾਂਦੇ ਹਨ ਤੇ ਉਹ ਟਾਇਲਰ ਦੇ ਉੱਤੇ ਚੀਕਦੇ ਹਨ। ਪਰ ਟਾਇਲਰ ਦੁਬਾਰਾ ਆਪਣੇ ਪਿਤਾ ਦੇ ਉੱਤੇ ਵੀ ਵਾਰ ਕਰ ਦਿੰਦਾ ਹੈ ਤੇ ਹਥੌੜੇ ਨਾਲ ਹੀ, ਤੇ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ। ਤੇ ਉਹ ਦੋਨਾਂ ਨੂੰ ਹਥੌੜੇ ਨਾਲ ਬਹੁਤ ਟਾਈਮ ਤੱਕ ਮਾਰਦਾ, ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਹਨਾਂ ਦੀ ਮੌਤ ਕਰਨ ਤੋਂ ਬਾਅਦ ਉਹ
ਉਹਨਾਂ ਲਾਸ਼ਾਂ ਨੂੰ ਆਪਣੇ ਬੈੱਡਰੂਮ 'ਚ ਘਸੀਟ ਕੇ ਲੈ ਕੇ ਜਾਂਦਾ ਹੈ ਅਤੇ ਉਹਨਾਂ ਨੂੰ ਬਿਸਤਰ ਉੱਤੇ ਰੱਖ ਕੇ ਉੱਤੇ ਕੁਰਸੀਆਂ ਤੇ ਟੇਬਲ ਵੀ ਰੱਖ ਦਿੰਦਾ ਬਿਸਤਰ ਦੇ, ਇੱਕ ਕੌਫੀ ਵਾਲਾ ਟੇਬਲ ਤੇ 2 ਕੁਰਸੀਆਂ। ਉਸ ਤੋਂ ਬਾਅਦ ਉਹ ਤੌਲੀਏ ਨਾਲ ਸਾਰਾ ਖੂਨ ਸਾਫ਼ ਕਰਦਾ ਹੈ, ਜਿੰਨੇ ਧਾਕ ਧੱਬੇ ਲੱਗੇ ਹੁੰਦੇ ਨੇ ਅਪਰਾਧ ਵਾਲੇ ਸਾਰੇ ਸਥਾਨ ਨੂੰ ਸਾਫ਼ ਕਰ ਦਿੰਦਾ ਹੈ। ਤੇ ਸਾਫ਼ ਕਰਨ ਤੋਂ ਬਾਅਦ ਉਹ ਥੋੜੀ ਦੇਰ ਬਾਅਦ ਸੂਰਜ ਡੁੱਬਣ ਦੇ ਬਿਲਕੁਲ ਨੇੜੇ ਅੱਧੀ ਰਾਤ ਨੂੰ 60 ਲੋਕ ਉਹਦੇ ਘਰ ਵਿੱਚ ਆ ਜਾਂਦੇ ਹਨ ਤੇ ਪਾਰਟੀ ਚੱਲਦੀ ਹੈ। ਪਰ ਉਹ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਸਨ ਕਿ ਦੂਜੇ ਕਮਰੇ ਵਿੱਚ ਉਸਦੇ ਮਾਤਾ ਪਿਤਾ ਦੀਆਂ ਲਾਸ਼ਾਂ ਪਈਆਂ ਹਨ, ਜਿੱਥੇ ਉਹ ਪਾਰਟੀ ਕਰ ਰਹੇ ਹਨ। ਇਹ ਸਾਰੇ ਉਸਦੇ ਹਾਈ ਸਕੂਲ ਦੇ ਦੋਸਤ ਸਨ, ਵਿਦਿਆਰਥੀ ਸਨ, ਹਾਈ ਸਕੂਲ ਦੇ ਵਿਦਿਆਰਥੀ ਉਸਦੇ ਦੋਸਤ ਸਨ। ਇਹ ਲੋਕ ਬੀਅਰਾਂ ਪੀਂਦੇ ਹਨ, ਪੈਗ ਲਗਾਉਂਦੇ ਹਨ ਅਤੇ ਪੌਂਗ ਖੇਡਦੇ ਹਨ ਤੇ ਕੰਧਾਂ ਉੱਤੇ ਸਿਗਰਟਾਂ ਵੀ ਰਗੜਦੇ ਹਨ ਅਤੇ ਗੁਆਂਢੀਆਂ ਦੇ ਲਾਉਣ ਵਿੱਚ ਪਿਸ਼ਾਬ ਵੀ ਕਰਦੇ ਹਨ। ਪਹਿਲਾਂ ਤਾਂ ਹੈਡਲੀ ਆਪਣੇ ਯੰਗ ਦੋਸਤਾਂ ਨੂੰ ਅੰਦਰ ਸਿਗਰਟ ਪੀਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ, ਪਰ ਆਖਿਰਕਾਰ ਉਹ ਹੌਸਲਾ ਛੱਡ ਦਿੰਦਾ ਹੈ, ਕਿਉਂਕਿ ਉਸਨੇ ਪਹਿਲਾਂ ਤਾਂ ਆਪਣੇ ਦੋਸਤਾਂ ਨੂੰ ਦੱਸਿਆ ਸੀ ਕਿ ਉਸਦੇ ਮਾਪੇ ਔਰਲੈਂਡੋ ਵਿੱਚ ਹਨ। ਪਰ ਫਿਰ ਉਹ ਆਪਣੇ ਵਿਚਾਰ ਬਦਲ ਦਿੰਦਾ ਹੈ ਤੇ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਕਿ ਇਹ ਮੇਰਾ ਘਰ ਹੈ, ਇੱਥੇ ਕੋਈ ਨਹੀਂ ਰਹਿੰਦਾ, ਮੇਰੇ ਮਾਤਾ ਪਿਤਾ ਇੱਥੇ ਨਹੀਂ ਆਉਂਦੇ। ਪਾਰਟੀ ਚੱਲਦੀ ਰਹਿੰਦੀ ਹੈ, ਪਰ ਬਾਅਦ ਵਿੱਚ ਰਾਤ ਨੂੰ ਹੈਡਲੀ ਆਪਣੇ ਸਭ ਤੋਂ ਚੰਗੇ ਦੋਸਤ ਮਾਈਕਲ ਮੈਂਡਲੇ ਨੂੰ ਇੱਕ ਪਾਸੇ ਖਿੱਚ ਕੇ ਲੈ ਕੇ ਜਾਂਦਾ। ਇਹ ਉਹੀ ਦੋਸਤ ਹੈ ਜਿਸ ਨੂੰ ਉਸਨੇ ਇੱਕ ਦਿਨ ਕਿਹਾ ਸੀ ਕਿ ਮੈਂ ਆਪਣੀ ਮਾਤਾ ਨੂੰ ਮਾਰ ਦੇਣਾ, ਤੇ ਆਪਣੇ ਦੋਸਤ ਨੂੰ ਉਹ ਇੱਕ ਪਾਸੇ ਖਿੱਚ ਕੇ ਲੈ ਕੇ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਨੇ ਆਪਣੇ ਮਾਤਾ ਪਿਤਾ ਦੋਨਾਂ ਨੂੰ ਮਾਰ ਦਿੱਤਾ। ਉਸਦਾ ਦੋਸਤ ਉਸ ਵੱਲ ਹੈਰਾਨੀ ਭਰੀ ਨਿਗਾਹ ਨਾਲ ਦੇਖਦਾ ਤੇ ਕਹਿੰਦਾ ਹੈ ਤੂੰ ਮਜ਼ਾਕ ਕਰ ਰਿਹਾ, ਇਹ ਝੂਠ ਹੈ, ਇਹ ਨਹੀਂ ਹੋ ਸਕਦਾ, ਤੂੰ ਆਪਣੇ ਮਾਤਾ ਪਿਤਾ ਨੂੰ ਨਹੀਂ ਮਾਰ ਸਕਦਾ। ਪਰ ਹੈਡਲੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮਰ ਚੁੱਕੇ ਹਨ। ਜੇ ਤੈਨੂੰ ਮੇਰੇ ਤੇ ਨਹੀਂ ਯਕੀਨ ਆਉਂਦਾ ਤੂੰ ਡਰਾਈਵੇ ਵੱਲ ਦੇਖ, ਉੱਥੇ ਉਹਨਾਂ ਦੀਆਂ ਕਾਰਾਂ ਨਹੀਂ ਹਨ। ਮੇਰੇ ਪਿਤਾ ਔਰ ਮਾਤਾ ਔਰਲੈਂਡੋ ਵਿੱਚ ਨਹੀਂ ਹਨ, ਮੈਂ ਉਹਨਾਂ ਨੂੰ ਮਾਰ ਦਿੱਤਾ ਹੈ। ਮੈਂਡਲ ਨੇ ਸੋਚਿਆ ਕਿ ਇਹ ਮਜ਼ਾਕ ਹੋਣਾ ਚਾਹੀਦਾ, ਪਰ ਹੈਡਲੀ ਆਪਣੇ ਦੋਸਤ ਨੂੰ ਬੈੱਡਰੂਮ ਵਿੱਚ ਲੈ ਕੇ ਜਾਂਦਾ ਜਿੱਥੇ ਉਸਨੇ ਆਪਣੇ ਮਾਤਾ ਪਿਤਾ ਦੀਆਂ ਲਾਸ਼ਾਂ ਨੂੰ ਛੁਪਾਇਆ ਹੋਇਆ ਸੀ। ਬਾਹਰ ਪਾਰਟੀ ਚੱਲ ਰਹੀ ਸੀ ਤੇ ਉਹ ਦਰਵਾਜ਼ੇ ਨੂੰ ਥੋੜ੍ਹਾ ਜਿਹਾ ਖੋਲ੍ਹਦਾ ਹੈ ਤੇ ਮੈਂਡਲੇ ਅੰਦਰ ਵੱਲ ਨੂੰ ਦੇਖਦਾ ਹੈ ਤਾਂ ਉਸਦੇ ਮਾਤਾ ਪਿਤਾ ਦੀਆਂ ਲਾਸ਼ਾਂ ਬੈੱਡ ਦੇ ਉੱਤੇ ਪਈਆਂ ਸੀ ਤੇ ਮੈਂਡਲੇ ਨੂੰ ਅਚਾਨਕ ਅਹਿਸਾਸ ਹੁੰਦਾ ਕਿ ਉਸਦਾ ਦੋਸਤ ਸੱਚ ਬੋਲ ਰਿਹਾ ਹੈ। ਪਰ ਮੈਂਡਲੇ ਹੈ ਜਿਹੜਾ ਉਹ ਤੁਰੰਤ ਇਸ ਪਾਰਟੀ ਨੂੰ ਨਹੀਂ ਛੱਡਦਾ ਤੇ ਉਹ ਸਦਮੇ ਵਿੱਚ ਚਲਾ ਜਾਂਦਾ। ਫਿਰ ਉਹ ਕੁਝ ਟਾਈਮ ਬਾਅਦ ਹੈਡਲੀ ਨਾਲ ਇੱਕ ਸੈਲਫੀ ਲੈਂਦਾ ਤੇ ਸੋਚਦਾ ਕਿ ਸ਼ਾਇਦ ਇਹ ਸਾਡੀ ਅੱਜ ਆਖਰੀ ਸੈਲਫੀ ਹੋਵੇਗੀ ਜੋ ਉਹ ਆਪਣੇ ਕਦੇ ਦੋਸਤਾਂ ਨੂੰ ਦਿਖਾਏਗਾ। ਪਰ ਫਿਰ ਮੈਂਡਲੀ ਪਾਰਟੀ ਨੂੰ ਛੱਡ ਦਿੰਦਾ ਤੇ ਕਤਲ ਦੀ ਰਿਪੋਰਟ ਕਰਨ ਲਈ ਕ੍ਰਾਈਮ ਸਟਾਪਰਸ ਨੂੰ ਬੁਲਾਉਂਦਾ। ਮਾਈਕਲ ਮੈਂਡਲੇ ਨੇ 17 ਜੁਲਾਈ 2011 ਨੂੰ ਸਵੇਰੇ 4:24 ਤੇ ਕ੍ਰਾਈਮ ਸਟਾਪਰਸ ਨੂੰ ਗੁਮਨਾਮ ਟਿਪ ਛੱਡੀ। ਉਸਨੇ ਕਿਹਾ ਕਿ ਟਾਇਲਰ ਹੈਡਲੀ ਨੇ ਹਥੌੜੇ ਦੀ ਵਰਤੋਂ ਕਰਕੇ ਆਪਣੇ ਮਾਤਾ ਪਿਤਾ ਦੋਵਾਂ ਦਾ ਕਤਲ ਕਰ ਦਿੱਤਾ ਤੇ ਕ੍ਰਾਈਮ ਸਟਾਪਰਸ ਜਾਣੀ ਕਿ ਪੁਲਿਸ ਇਹ ਗੱਲ ਸੁਣ ਕੇ ਹੈਡਲੀ ਦੇ ਘਰ ਪਹੁੰਚਦੀ ਹੈ ਤੇ ਜਦੋਂ ਉਹ ਹੈਡਲੀ ਦੇ ਘਰ ਪਹੁੰਚਦੇ ਨੇ ਤਾਂ ਪਾਰਟੀ ਹਜੇ ਵੀ ਚੱਲ ਰਹੀ ਸੀ ਤੇ ਉਹ ਹੈਡਲੀ ਨੂੰ ਪੁੱਛਦੇ ਨੇ ਕਿ ਤੁਹਾਡੇ ਮਾਤਾ ਪਿਤਾ ਕਿੱਥੇ ਹਨ, ਤਾਂ ਉਹ ਦਾਅਵਾ ਕਰਦਾ ਕਿ ਮੇਰੇ ਮਾਤਾ ਪਿਤਾ ਦੋਨੋਂ ਸ਼ਹਿਰ ਤੋਂ ਬਾਹਰ ਹਨ ਤੇ ਸਾਡੀ ਪਾਰਟੀ ਚੱਲ ਰਹੀ ਹੈ, ਸਾਨੂੰ ਡਿਸਟਰਬ ਨਾ ਕਰੋ। ਪਰ ਪੁਲਿਸ ਨੂੰ ਇੱਕ ਟਿਪ ਮਿਲੀ ਹੋਣ ਦੇ ਆਧਾਰ ਤੇ ਉਹ ਹੈਡਲੀ ਦੇ ਵਿਰੋਧ ਦੇ ਬਾਵਜੂਦ ਵੀ ਇੱਕ ਐਂਟਰੀ ਕਰਦੇ ਨੇ ਉਸਦੇ ਘਰ ਵਿੱਚ ਤੇ ਐਂਟਰੀ ਕਰਨ ਤੋਂ ਬਾਅਦ ਉਹ ਉਸਨੂੰ ਉਸਦੇ ਬੈੱਡਰੂਮ ਬਾਰੇ ਪੁੱਛਦੇ ਹਨ ਕਿ ਤੁਹਾਡੇ ਬੈੱਡਰੂਮ ਕਿਸ ਸਾਈਡ ਹੈ ਤੇ ਉਹ ਪੁਲਿਸ ਉਸਨੂੰ ਲੈ ਕੇ ਬੈੱਡਰੂਮ ਵੱਲ ਜਾਂਦੀ ਹੈ। ਬਟ ਰਸਤੇ ਵਿੱਚ ਉਹ ਦੇਖਦੇ ਨੇ ਘਰ ਦੇ ਵਿੱਚ ਚਾਰੇ ਪਾਸੇ ਬੀਅਰਾਂ ਬੋਤਲਾਂ ਖਿਲਰੀਆਂ ਪਈਆਂ ਹਨ, ਸ਼ਿਕਾਰਾਂ ਫਰਸ਼ ਤੇ ਪਈਆਂ ਨੇ ਤੇ ਰੋਲ ਕੀਤੇ ਹੋਏ ਭੰਗ ਦੇ ਪੇਪਰ ਵੀ ਪਏ ਨੇ ਫਰਸ਼ ਤੇ, ਇੱਧਰ ਉੱਧਰ ਫਰਨੀਚਰ ਖਿਲ ਰਿਹਾ ਪਿਆ ਤੇ ਪੁਲਿਸ ਇਹ ਵੀ ਨੋਟ ਕਰਦੀ ਹੈ ਕਿ ਕੰਧਾਂ ਉੱਤੇ ਕੁਝ ਸੁੱਕਿਆ ਹੋਇਆ ਖੂਨ ਲੱਗਿਆ ਹੁੰਦਾ ਹੈ। ਤੇ ਜਦੋਂ ਪੁਲਿਸ ਬੈੱਡਰੂਮ ਦਾ ਦਰਵਾਜ਼ਾ ਜ਼ਬਰਦਸਤੀ ਖੋਲ੍ਹਦੀ ਹੈ ਤਾਂ ਉਹਨਾਂ ਨੂੰ ਬਿਸਤਰ ਤੇ ਡਾਈਨਿੰਗ ਦੀਆਂ ਕੁਰਸੀਆਂ ਤੇ ਇੱਕ ਕਾਫੀ ਟੇਬਲ ਵੀ ਸੁੱਟਿਆ ਹੋਇਆ ਮਿਲਦਾ ਹੈ। ਉਹ ਫਰਨੀਚਰ ਨੂੰ ਸਾਈਡ ਤੇ ਕਰਦੇ ਨੇ ਤੇ ਉਹਨਾਂ ਦੇ ਹੇਠਾਂ ਉਹਨਾਂ ਨੂੰ ਉਸਦੇ ਪਿਤਾ ਬਲੈਕ ਹੈਡਲੀ ਦੀ ਲਾਸ਼ ਮਿਲਦੀ ਹੈ ਤੇ ਨਾਲ ਹੀ ਮੈਰੀ ਜੋ ਹੈਡਲੀ ਉਸਦੀ ਮਾਤਾ ਦੀ ਵੀ ਲਾਸ਼ ਮਿਲਦੀ ਹੈ ਤੇ ਪੁਲਿਸ ਟਾਇਲਰ ਨੂੰ ਇਸ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲੈਂਦੀ ਹੈ। ਤੇ ਗ੍ਰਿਫਤਾਰੀ ਦੇ ਹਲਫਨਾਮੇ ਅਨੁਸਾਰ ਟਾਇਲਰ ਅਫਸਰਾਂ ਨਾਲ ਗੱਲ ਕਰਦੇ ਸਮੇਂ ਘਬਰਾਹਟ ਤੇ ਬੇਚੈਨ ਸੀ ਤੇ ਬਹੁਤ ਬੋਲਦਾ ਦਿਖਾਈ ਦੇ ਰਿਹਾ ਸੀ ਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਟਾਇਲਰ ਨੇ ਆਪਣੇ ਬਿਆਨਾਂ ਵਿੱਚ ਇਹ ਵੀ ਦੱਸਿਆ ਕਿ ਉਹ ਜੇ ਪੁਲਿਸ ਨਾ ਆਉਂਦੀ ਤਾਂ ਉਹਨੇ ਵੀ ਆਪਣੀ ਜਾਨ ਲੈਣ ਬਾਰੇ ਸੋਚ ਰੱਖਿਆ ਸੀ ਤੇ ਉਸਨੇ ਆਪਣੇ ਕਮਰੇ ਵਿੱਚ ਪਰਕੋ ਸੈੱਟ ਦੀਆਂ ਗੋਲੀਆਂ ਛੁਪਾ ਰੱਖੀਆਂ ਸਨ ਤੇ ਪੁਲਿਸ ਉਹ ਵੀ ਬਰਾਮਦ ਕਰਦੀ ਹੈ। ਪਰ ਫਿਲਹਾਲ ਚਾਹੇ ਉਸਨੇ ਇਹ ਕਤਲ ਕਰ ਦਿੱਤਾ ਸੀ ਪਰ ਉਹ ਚੰਗਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਉਹਨੇ 4:40 ਵਜੇ ਆਪਣੀ ਫੇਸਬੁੱਕ ਪੋਸਟ ਤੇ ਇੱਕ ਦੁਬਾਰਾ ਵੀ ਪੋਸਟ ਕੀਤੀ ਸੀ। ਜਦੋਂ ਪੁਲਿਸ ਉਸਦੇ ਘਰ ਆ ਰਹੀ ਸੀ ਤਾਂ ਉਸਨੇ ਉਸ ਟਾਈਮ ਇੱਕ ਪੋਸਟ ਕੀਤੀ ਸੀ, ਮੇਰੇ ਘਰ ਦੁਬਾਰਾ ਪਾਰਟੀ ਕਰੋ, ਪਾਰਟੀ ਐਟ ਮਾਈ ਹਾਊਸ ਅਗੇਨ। ਬਟ ਬੁਰੇ ਕੰਮ ਦਾ ਬੁਰਾ ਨਤੀਜਾ, ਟਾਇਲਰ ਨੂੰ ਪੁਲਿਸ ਲੈ ਜਾਂਦੀ ਹੈ ਤੇ ਉਸਦਾ ਗੁਨਾਹ ਵੀ ਸਾਬਤ ਹੋ ਜਾਂਦਾ ਹੈ ਤੇ
ਉਸ ਦੇ 3 ਸਾਲ ਬਾਅਦ ਅਦਾਲਤੀ ਕਾਰਵਾਈ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਉਹ ਹਜੇ ਵੀ ਜੇਲ੍ਹ ਵਿੱਚ ਹੈ ਤੇ ਆਪਣੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪਰ ਇਸ ਕਹਾਣੀ ਵਿੱਚ ਇਹੀ ਹੈ ਕਿ ਮਾਪੇ ਕੋ ਮਾਪੇ ਨਹੀਂ ਹੁੰਦੇ, ਪੁੱਤ ਕਪੁੱਤ ਹੋ ਜਾਂਦੇ ਨੇ ਤੇ ਹਮੇਸ਼ਾ ਬੁਰੇ ਕੰਮ ਦਾ ਬੁਰਾ ਨਤੀਜਾ। ਸ਼ਾਇਦ ਉਸ ਦੀ ਨਸ਼ੇ ਦੀ ਲੱਤ ਨੇ ਉਸ ਤੋਂ ਉਸਦੇ ਮਾਂ-ਬਾਪ ਦਾ ਕਤਲ ਕਰਵਾ ਦਿੱਤਾ ਕਣਕ ਨੇ ਕਿ ਉਹ ਮੈਨੂੰ ਘਰ ਵਿੱਚ ਪਾਰਟੀ ਨਹੀਂ ਕਰਨ ਦੇ ਰਹੇ। ਧੰਨਵਾਦ ਦੋਸਤੋ। ਪਲੀਜ਼ ਮੇਰੇ ਚੈਨਲ ਪੰਜਾਬੀ ਗੱਲਬਾਤ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ। ਧੰਨਵਾਦ ਤੁਹਾਡਾ ਬਹੁਤ ਬਹੁਤ ਦੋਸਤੋ ਮੇਰੀ ਕਹਾਣੀ ਸੁਣਨ ਲਈ।